ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਕਿਰਤ ਸਿੰਘ ਬਾਲ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਤੁਸੀਂ ਵੇਖ ਰਹੇ ਹੋ ਪੰਜਾਬਨਾਮਾ। ਅੱਜ ਦੀ ਜਿਹੜੀ ਵੱਡੀ ਖਬਰ ਹੈ ਉਹ ਹੈ ਕਿ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ 4 ਮੁੱਖ ਮੈਂਬਰ ਸਨ, ਜਿਨ੍ਹਾਂ ਦੇ ਵਿੱਚ 2 ਕਿਸਾਨ ਸਨ ਅਤੇ 2 ਅਰਥ ਸ਼ਾਸਤਰੀ ਲਏ ਗਏ ਸਨ, ਜਿਨ੍ਹਾਂ ਦਾ ਨਾਮ ਭੁਪਿੰਦਰ ਸਿੰਘ ਮਾਨ, ਅਨਿਲ ਘਣਵੱਤ, ਡਾਕਟਰ ਪ੍ਰਮੋਦ ਤੇ ਅਸ਼ੋਕ ਗੁਲਾਟੀ ਸੀ। ਵੱਡੀ ਖਬਰ ਹੈ ਕਿ ਡਾਕਟਰ ਭੁਪਿੰਦਰ ਸਿੰਘ ਮਾਨ ਜਿਹੜੇ ਕਿਸਾਨ ਨੇਤਾ ਭੁਪਿੰਦਰ ਸਿੰਘ ਮਾਨ ਉਹਨਾਂ ਵੱਲੋਂ ਕਮੇਟੀ ਛੱਡ ਦਿੱਤੀ ਗਈ ਹੈ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਸਤਿਕਾਰਯੋਗ ਪੱਤਰਕਾਰ ਬਲਵੀਰ ਜੰਡੂ ਜੀ। ਬਲਵੀਰ ਜੰਡੂ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਲ ਜੀ, ਔਰ ਪੰਜਾਬਨਾਮਾ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਹਾਂਜੀ ਜੰਡੂ ਜੀ, ਜਿਵੇਂ ਇੱਕ ਵੱਡੀ ਅਪਡੇਟ ਆ ਰਹੀ ਹੈ ਕਿ ਕਮੇਟੀ ਦੇ ਵਿੱਚ ਜਿਹੜੇ ਕਿਸਾਨ ਨੇਤਾ ਸੀ ਭੁਪਿੰਦਰ ਸਿੰਘ ਮਾਨ, ਉਹਨਾਂ ਨੇ ਕਮੇਟੀ ਛੱਡ ਦਿੱਤੀ ਗਈ ਆ। ਉਹਨਾਂ ਵੱਲੋਂ ਕਿਹਾ ਗਿਆ ਹੈ, ਬਸ ਮੀਡੀਆ ਨਾਲ ਉਹ ਰੂਬਰੂ ਨਹੀਂ ਭਾਵੇਂ ਹੋਏ, ਪਰ ਉਹਨਾਂ ਦੀ ਟੀਮ ਵੱਲੋਂ ਇਹ ਸੰਦੇਸ਼ ਆਇਆ ਹੈ ਕਿ ਮੈਂ ਪੰਜਾਬ ਦੇ ਹੱਕ ਵਿੱਚ ਹਾਂ, ਕਿਸਾਨਾਂ ਦਾ ਹਮਾਇਤੀ ਹਾਂ, ਇਸ ਕਰਕੇ ਕਮੇਟੀ ਛੱਡ ਰਹੇ ਹਾਂ। ਕਿਵੇਂ ਵੇਖ ਰਹੇ ਹੋ ਜੰਡੂ ਜੀ? ਦੇਖੋ ਆਪਣੇ ਬਲ ਜੀ, ਜਿਹੜੀ ਸੁਪਰੀਮ ਕੋਰਟ ਨੇ 4 ਤਰੀਕ ਨੂੰ 5 ਤਰੀਕ ਨੂੰ ਸੁਣਵਾਈ ਹੋਈ ਸੀਗੀ ਜੀ, ਉਹ ਸੁਣਵਾਈ ਦੇ ਦੌਰਾਨ ਔਰ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਰਕਾਰ ਹੈ ਉਹ ਖੇਤੀ ਕਾਨੂੰਨ ਜਿਹੜੇ ਹੈ, ਜਿਨ੍ਹਾਂ ਨੂੰ ਕਿਸਾਨ ਅੰਦੋਲਨ ਵੱਲੋਂ ਕਾਲੇ ਕਾਨੂੰਨ ਕਿਹਾ ਜਾ ਰਿਹਾ, ਕਿ ਉਹਨਾਂ ਨੂੰ ਪੈਂਡਿੰਗ ਕਰ ਦਿੱਤਾ ਜਾਵੇ ਔਰ ਇੱਕ ਕਮੇਟੀ ਬਣਾਈ ਜਾਵੇ। ਔਰ ਬਕਾਇਦਾ ਜਿਹੜੀ ਹੁਣ 4 ਤਰੀਕ ਨੂੰ ਦਸੰਬਰ ਨੂੰ ਸੁਣਵਾਈ ਹੋਈ, ਉਸ ਦੌਰਾਨ ਕੋਰਟ ਨੇ ਬਕਾਇਦਾ ਸਰਕਾਰ ਨੂੰ ਝਾੜ ਵੀ ਪਾਈ ਇਸ ਗੱਲ ਦੀ ਕਿ ਤੁਸੀਂ ਇਹ ਸਾਰੇ ਮਾਮਲੇ ਨੂੰ ਠੀਕ ਢੰਗ ਨਾਲ ਹੈਂਡਲ ਨਹੀਂ ਕਰ ਸਕੇ, ਇਸ ਕਰਕੇ ਕਿਉਂ ਨਾ ਇਹ ਜਿਹੜੇ ਬਿੱਲ ਹੈਗੇ ਆ ਇਹਨਾਂ ਦੇ ਉੱਤੇ ਸਟੇ ਲਾਤੀ ਜਾਵੇ, ਰੋਕ ਲਾਤੀ ਜਾਵੇ। ਜਿੰਨੀ ਦੇਰ ਤੱਕ ਇਹਨਾਂ ਦਾ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਇਹਨਾਂ ਤੇ ਰੋਕ ਲੱਗੀ ਰਵੇ। ਔਰ ਉਸ ਰੋਕ ਦੇ ਦੌਰਾਨ ਉਹਨਾਂ ਨੇ ਇੱਕ ਕਮੇਟੀ ਬਣਾਉਣ ਦਾ ਜਿਹੜਾ ਐਲਾਨ ਕੀਤਾ ਸੀਗਾ ਪਹਿਲੇ ਦਿਨ 4 ਤਰੀਕ ਨੂੰ, ਔਰ ਉਸ ਦੇ ਵਿੱਚ ਸੀਗਾ ਕਿ ਇੱਕ ਪੈਨਲ ਬਣੇਗਾ, ਜਿਹੜਾ ਪੈਨਲ ਇਹ ਸਾਰੇ ਕਾਨੂੰਨਾਂ ਦੇ ਸਬੰਧ ਦੇ ਵਿੱਚ ਕਿਸਾਨਾਂ ਨਾਲ ਗੱਲ ਕਰੇਗਾ, ਸਰਕਾਰ ਨਾਲ ਗੱਲ ਕਰੇਗਾ। ਪਰ ਉਹ ਪੈਨਲ ਉਸ ਜੁਡੀਸ਼ੀਅਰੀ ਦਾ ਜਿਹੜਾ ਪ੍ਰੋਸੈਸ ਹੈ, ਜੁਡੀਸ਼ੀਅਲ ਪ੍ਰੋਸੈਸ ਜਿਹਨੂੰ ਕਿਹਾ ਜਾਂਦਾ ਹੈ, ਕਿ ਉਸ ਦਾ ਹਿੱਸਾ ਹੋਏਗਾ, ਕਿ ਉਹ ਸੁਪਰੀਮ ਕੋਰਟ ਦੇ ਬੈਂਚ ਨੂੰ ਦੱਸੇਗਾ ਉਸ ਦੇ ਸਾਰੇ ਬਾਰੇ। ਤੇ ਜਦੋਂ ਪੈਨਲ ਦੇ ਬਣਾਉਣ ਦੀ ਗੱਲ ਸੀ, ਤਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸੁਪਰੀਮ ਕੋਰਟ ਦੇ ਬੈਂਚ ਨੇ ਜਿਹੜੇ ਉੱਘੇ ਹੈਗੇ ਪੱਤਰਕਾਰ ਤੇ ਉੱਘੇ ਖੇਤੀ ਅਰਥ ਸ਼ਾਸਤਰੀ ਪੀ ਸਾਈਨਾਥ, ਉਹਨਾਂ ਦਾ ਵੀ ਨਾਂ ਲਿਆ ਸੀ। ਪਰ ਜਦੋਂ ਕਮੇਟੀ ਦੂਸਰੇ ਦਿਨ ਬਣਾਈ ਗਈ, ਪੈਨਲ ਬਣਾਇਆ ਗਿਆ, ਉਹਦੇ ਵਿੱਚ ਜਿਹੜੇ 4 ਨਾਂ ਸਾਹਮਣੇ ਆਏ, ਉਹ ਸਾਰੇ ਉਹ ਨਾਂ ਸੀਗੇ ਜਿਹੜੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਰਹੇ ਆ, ਜਾਂ ਖੇਤੀ ਕਾਨੂੰਨ ਬਣਾਉਣ 'ਚ ਉਹਨਾਂ ਦਾ ਕਿਤੇ ਨਾ ਕਿਤੇ ਯੋਗਦਾਨ ਹੈ, ਜਾਂ ਉਸ ਦੀ ਪੈਰਵੀ ਕਰਦੇ ਰਹੇ। ਤੇ ਉਹਨਾਂ ਵਿੱਚ ਜਿਹੜੇ ਤੁਸੀਂ 4 ਮੈਂਬਰਾਂ ਦੇ ਨਾਂ ਲਏ ਆ, ਉਹ ਇੱਕਦਮ ਇਸ ਤਰ੍ਹਾਂ ਸਾਹਮਣੇ ਜਦੋਂ ਆਈ ਕਮੇਟੀ, ਤਾਂ ਉਸ ਦਾ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਵੀ ਉਹ ਵਿਰੋਧ ਕਰ ਰਹੇ ਸੀ ਕਿ ਕਮੇਟੀ ਸਾਨੂੰ ਮਨਜ਼ੂਰ ਨਹੀਂ ਹੈ। ਉਹਨਾਂ ਬਕਾਇਦਾ ਕੇਂਦਰੀ ਮੰਤਰੀਆਂ ਨੂੰ ਇਹ ਗੱਲ ਕਹੀ ਸੀਗੀ ਕਿ ਅਸੀਂ ਸੁਪਰੀਮ ਕੋਰਟ 'ਚ ਨਹੀਂ ਜਾਣਾ, ਪਰ ਸੁਪਰੀਮ ਕੋਰਟ ਇਸ ਤਰ੍ਹਾਂ ਉੱਥੇ ਜਿਹੜੀ ਰਿਟ ਸੀਗੀ ਉਹਦੇ ਤੇ ਐਕਸ਼ਨ ਕਰਦਿਆਂ ਕਾਰਵਾਈ ਕੀਤੀ, ਤੇ ਕਿਸਾਨਾਂ ਨੇ ਉਸ ਕਮੇਟੀ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਜੀ। ਤੇ ਜਿਹੜੇ ਤੁਸੀਂ ਭੁਪਿੰਦਰ ਸਿੰਘ ਮਾਨ ਉਹਨਾਂ ਦਾ ਨਾਂ ਲਿਆ, ਇਹ ਵੀ ਬੜੇ ਪੁਰਾਣੇ ਕਿਸਾਨ ਆਗੂ ਨੇ। ਜਦੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ 'ਚ ਬਣੀ ਸੀ, ਤਾਂ ਉਸ ਸਮੇਂ ਇਹ ਤੇ ਆਪਣੇ ਲੱਖੋਵਾਲ ਹੋਣੀ ਇਹ ਲੀਡਰ ਹੁੰਦੇ ਸੀਗੇ ਭਾਰਤੀ ਕਿਸਾਨ ਯੂਨੀਅਨ ਦੇ। ਬਾਅਦ 'ਚ ਇਹਨਾਂ ਦੇ ਮਤਭੇਦ ਹੋਣ ਕਰਕੇ ਅਲੱਗ-ਅਲੱਗ ਹੋ ਗਏ, ਤੇ ਭੁਪਿੰਦਰ ਸਿੰਘ ਮਾਨ ਹੋਣੀ ਰਾਜ ਸਭਾ ਦੇ ਮੈਂਬਰ ਰਹੇ। ਤੇ ਉਸ ਸਮੇਂ ਵੀ ਇਹ ਜਿਹੜੇ ਖੇਤੀ ਅੱਜ ਹੈ, ਜਾਂ IMF ਵੱਲੋਂ ਜਾਂ ਵਰਲਡ ਬੈਂਕ ਵੱਲੋਂ ਜਿਸ ਤਰ੍ਹਾਂ ਦੀ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ, ਉਦੋਂ ਵੀ ਭੁਪਿੰਦਰ ਸਿੰਘ ਮਾਨ ਹੋਣੀ ਉਸ ਦੇ ਹਮਾਇਤੀ ਸੀਗੇ। ਉਹਨਾਂ ਨੇ ਇਸ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਕਮੇਟੀ ਇੰਨੀ ਵਿਵਾਦਾਂ ਦੇ ਵਿੱਚ ਘਿਰ ਗਈ ਕਿ ਉਸ ਦੇ ਵਿੱਚ ਕਿਸਾਨਾਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਕਮੇਟੀ ਦੇ ਅੱਗੇ ਪੇਸ਼ ਹੀ ਨਹੀਂ ਹੋਵਾਂਗੇ। ਔਰ ਦੂਸਰੇ ਪਾਸੇ ਜਿਹੜੇ ਅਨਿਲ ਘਣਵੱਤ ਹੈ, ਜਿਹੜੇ ਸ਼ੇਤਕਾਰੀ ਸੰਗਠਨ ਦੇ ਸ਼ਰਦ ਜੋਸ਼ੀ ਹੋਣਾ ਦੀ ਅਗਵਾਈ 'ਚ ਜਿਹੜਾ ਸੀਗਾ ਪਹਿਲਾਂ ਬਣਿਆ, ਉਹ ਵੀ ਇਸੇ ਗੱਲ ਦੇ ਹਮਾਇਤੀ ਰਹੇ ਸੀਗੇ ਖੇਤੀ ਸੁਧਾਰਾਂ ਦੇ ਸਬੰਧ ਦੇ ਵਿੱਚ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਤੇ ਭਰੋਸਾ ਨਹੀਂ ਸੀਗਾ।
ਇਹ ਦੂਸਰਾ ਭੁਪਿੰਦਰ ਸਿੰਘ ਮਾਨ ਹੋਣੀ ਜਿਹੜੇ ਆ, ਉਹਨਾਂ ਨੇ ਜੋ ਗੱਲ ਕਹਿ ਕੇ ਅਸਤੀਫਾ ਦਿੱਤਾ ਕਿ ਮੈਂ ਫਾਰਮਰ ਦੇ ਜਿਹੜੇ ਇੰਟਰਸਟ ਹੈ, ਕਿਸਾਨੀ ਦੇ ਜਿਹੜੇ ਹਿੱਤ ਹੈ, ਉਸ ਦੇ ਖਿਲਾਫ ਨਹੀਂ ਜਾ ਸਕਦਾ, ਇਸ ਕਰਕੇ ਮੈਂ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਖ ਕਰ ਲਿਆ। ਨੰਬਰ 1। ਨੰਬਰ 2, ਹੁਣ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਜੇ ਭੁਪਿੰਦਰ ਸਿੰਘ ਮਾਨ ਹੋਣੀ ਵੱਖ ਹੋਏ ਆ ਤਾਂ ਉਹ ਇਹ ਗੱਲ ਵੀ ਸਪਸ਼ਟ ਕਰਨ ਕਿ ਉਹ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਆ ਜਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਹੈ, ਉਹ ਕਿੱਥੇ ਖੜੇ ਆ, ਆਪਣੀ ਜਿਹੜੀ ਪੋਜੀਸ਼ਨ ਹੈ, ਆਪਣਾ ਜਿਹੜਾ ਦ੍ਰਿਸ਼ਟੀਕੋਣ ਹੈ, ਆਪਣੀ ਜਿਹੜੀ ਦਿਸ਼ਾ ਹੈ, ਉਹ ਵੀ ਉਹਦੇ ਤੇ ਸਪਸ਼ਟ ਹੋਣ। ਉਹਦੇ ਬਾਰੇ ਅਜੇ ਤੱਕ ਭੁਪਿੰਦਰ ਸਿੰਘ ਮਾਨ ਹੋਰਾਂ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ। ਦੇਖਣ ਵਾਲੀ ਗੱਲ ਇਹ ਹੈ ਕਿ ਜੋ ਕਿਸਾਨਾਂ ਨੇ ਖਦਸ਼ੇ ਪ੍ਰਗਟ ਕੀਤੇ ਸੀ, ਜੋ ਦੂਸਰੇ ਲੋਕਾਂ ਨੇ ਖਦਸ਼ੇ ਪ੍ਰਗਟ ਕੀਤੇ ਸੀ ਕਿ ਕਮੇਟੀ ਬਣਾਉਣ ਦੇ ਲਈ ਸੁਪਰੀਮ ਕੋਰਟ ਨੇ ਕੋਈ ਸਮਾਂ ਨਹੀਂ ਦਿੱਤਾ, ਕੋਈ ਸਲਾਹ ਨਹੀਂ ਲਈ, ਕੋਈ ਕਿਤੋਂ ਨਾਂ ਨਹੀਂ ਮੰਗੇ ਗਏ। ਏਦਾਂ ਲੱਗਦਾ ਹੈ ਕਿ ਜਿਵੇਂ ਕਮੇਟੀ ਦੇ ਕਿਤੋਂ ਨਾਂ ਆਏ ਤਾਂ ਸੁਪਰੀਮ ਕੋਰਟ ਨੇ ਉਸ ਗੱਲ ਦਾ ਐਲਾਨ ਕਰ ਦਿੱਤਾ ਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਇਹਦੇ ਚ ਬਲ ਜੀ ਕਿ ਜਿਹੜੇ ਬਾਕੀ ਦੇ ਮੈਂਬਰ ਹੈ ਉਹ ਕੀ ਵਤੀਰਾ ਅਖਤਿਆਰ ਕਰਦੇ ਆ, ਜਾਂ ਸੁਪਰੀਮ ਕੋਰਟ ਦੀ ਜਿਸ ਢੰਗ ਨਾਲ ਹੁਣ ਹੋਇਆ, ਜੋ ਕੋਈ ਸੁਪਰੀਮ ਕੋਰਟ ਦਾ ਆਮ ਤੌਰ ਤੇ ਸਾਡੇ ਸਰਵਉੱਚ ਅਦਾਲਤ ਜੋ ਵੀ ਕਰਦੀ ਹੈ ਉਸ ਦਾ ਸਭ ਧਿਰਾਂ ਵੱਲੋਂ ਮਾਣ ਸਨਮਾਨ ਕੀਤਾ ਜਾਂਦਾ। ਇੱਥੋਂ ਤੱਕ ਕਿ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਇਸ ਗੱਲ ਦੀ ਤਾਂ ਸੁਪਰੀਮ ਕੋਰਟ ਦੇ ਲਈ ਉਹਨਾਂ ਕਿਹਾ ਕਿ ਠੀਕ ਜਿਹੜੇ ਉਹਨਾਂ ਨੇ ਖੇਤੀ ਬਿੱਲ ਸੀਗੇ ਉਹਨਾਂ ਤੇ ਜਿਹੜੀ ਰੋਕ ਲਾਤੀ, ਪਰ ਕਮੇਟੀ ਦੇ ਮਾਮਲੇ ਤੇ ਕਿਸਾਨ ਪਹਿਲਾਂ ਵੀ ਉਹਨਾਂ ਨਾਲ ਸਹਿਮਤ ਨਹੀਂ ਸੀ। ਤਾਂ ਉਸ ਤੋਂ ਇਹ ਲੱਗਦਾ ਹੈ ਕਿ ਹੁਣ ਇਹ ਕਮੇਟੀ ਦੀ ਜਿਹੜੀ ਇੱਕ ਹੁੰਦਾ ਹੈ ਕ੍ਰੈਡੀਬਿਲਿਟੀ, ਜਿਹੜੀ ਭਰੋਸੇਯੋਗਤਾ, ਉਸ ਤੇ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਭੁਪਿੰਦਰ ਸਿੰਘ ਮਾਨ ਹੋਣਾ ਦੇ ਉਸ ਕਮੇਟੀ ਤੋਂ ਵੱਖ ਹੋਣ ਦੇ ਨਾਲ। ਇਸ ਦੇ ਅੱਗੇ ਹੁਣ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ, ਨੰਬਰ 1। ਨੰਬਰ 2 ਕਿ ਕਿਸਾਨਾਂ ਨੇ ਕੱਲ ਸਾਰੇ ਦੇਸ਼ ਭਰ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਤੇ ਦਿੱਲੀ ਦੇ ਸਾਰੇ ਹਿੱਸਿਆਂ ਦੇ ਵਿੱਚ ਲੋਹੜੀ ਮੌਕੇ ਦੇ ਉੱਤੇ ਉਹਨਾਂ ਕੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ, ਕਈ ਲੱਖ ਕਾਪੀਆਂ ਤੇ ਕਹਿੰਦੇ ਆ ਕਿ ਸਿੱਧੂ ਬਾਰਡਰ ਦੇ ਉੱਪਰ ਗਈਆਂ। ਇਸ ਕਰਕੇ ਜੰਡੂ ਜੀ ਮੈਂ ਤੁਹਾਨੂੰ ਵੀ ਹੋਰ ਜਾਣਕਾਰੀ ਦਿੰਦਾ, ਜਿਹੜੀਆਂ ਤੁਸੀਂ ਕਾਪੀਆਂ ਦੀ ਗੱਲ ਕਰ ਰਹੇ ਹੋ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਬਲਵੰਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜੀਪੁਰ, ਸ਼ਾਹਜਹਾਂਪੁਰ ਵਿਖੇ 1 ਲੱਖ ਦੇ ਕਰੀਬ ਲਗਭਗ ਜਿਹੜੀਆਂ ਕਾਪੀਆਂ ਸਾੜੀਆਂ ਗਈਆਂ। ਹਾਂਜੀ, ਤੁਸੀਂ ਗੱਲ ਜਾਰੀ ਰੱਖੋ। ਜੀ ਜੀ, ਹਾਂਜੀ। ਉਹਦੇ ਵਿੱਚ ਬਲ ਜੀ ਇਹ ਜਿਹੜਾ ਸਾਰਾ ਹੈਗਾ ਪ੍ਰੋਸੈਸ, ਇਹਦੇ ਚ ਇਹ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਇੱਕ ਪਹਿਲਾਂ ਹੋਈ ਸੀ ਕਿਸਾਨਾਂ ਨਾਲ ਕੇਂਦਰੀ ਖੇਤੀ ਮੰਤਰੀਆਂ ਵੱਲੋਂ, ਤਾਂ ਉਹ ਵੀ ਉੱਥੇ ਹੀ ਘੁੰਮਦੀ ਰਹੀ, ਕਿਉਂਕਿ ਕਿਸਾਨਾਂ ਦੀ ਬੜੀ ਸਪਸ਼ਟ ਮੰਗ ਆ ਤੇ ਸਪਸ਼ਟ ਸੋਚ ਆ ਤੇ ਸਪਸ਼ਟ ਦ੍ਰਿਸ਼ਟੀਕੋਣ ਆ ਤੇ ਸਪਸ਼ਟ ਦਿਸ਼ਾ ਹੈ ਕਿ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਆ ਇਹ ਸਾਰੇ ਰੱਦ ਕੀਤੇ ਜਾਣ। ਉਹ ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸਰਕਾਰ ਇਹ ਗੱਲ ਮੰਨ ਰਹੀ ਹੈ ਕਿ ਇਹਨਾਂ 'ਚ ਇੰਨੇ ਨੁਕਸ ਹੈ, ਇਹਨਾਂ 'ਚ ਸੋਧ ਕਰ ਦਿੰਨੇ ਆ ਅਸੀਂ, ਇੱਕ ਦੂਸਰੇ ਪਾਸੇ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਕਿਸਾਨਾਂ ਨਾਲ ਕਿਸੇ ਵੀ ਪੱਧਰ ਤੇ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਇਸ ਸੰਬੰਧ ਦੇ ਵਿੱਚ। ਇਸ ਕਰਕੇ ਇਹ ਸਾਰੀ ਗੱਲ ਕਿਸਾਨਾਂ ਜੋ ਮੰਗ ਕਰ ਰਿਹਾ ਉਸ ਦੇ ਉੱਤੇ ਬਿਲਕੁਲ ਜਾਇਜ਼ ਠਹਿਰਦੀ ਆ, ਉਸ ਦੇ ਉੱਤੇ ਮੋਹਰ ਲਾਉਂਦੀ ਹੈ ਕਿ ਇਹ ਜਿਹੜੇ ਖੇਤੀ ਕਾਨੂੰਨ ਕਾਲੇ ਕਾਨੂੰਨ ਨੇ ਇਹ ਰੱਦ ਕਰਨ ਯੋਗ ਨੇ। ਔਰ ਦੂਸਰਾ ਕਿਸਾਨਾਂ ਦੀ ਮੰਗ ਹੈਗੀ ਹੈ ਕਿ MSP ਜਿਹੜੀ ਹੈ ਉਸ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ। ਜਿਹੜੀਆਂ ਵੀ ਕੇਂਦਰ ਸਰਕਾਰ ਵੱਲੋਂ 23 ਆਈਟਮਾਂ ਦੀਆਂ ਘੱਟੋ ਘੱਟ ਕੀਮਤਾਂ ਨਿਸ਼ਚਿਤ ਕੀਤੀਆਂ ਜਾਂਦੀਆਂ, ਉਹ ਸਾਰੀਆਂ ਦੀ ਜਿਹੜੀ MSP ਹੈ ਕਿਸਾਨਾਂ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ ਸਾਰੇ ਦੇਸ਼ ਦੇ ਅੰਦਰ। ਸੋ ਇਸ ਕਰਕੇ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਜਿਹੜੀ 15 ਨੂੰ ਮੀਟਿੰਗ ਹੋਣੀ ਹੈ, ਜਿਹੜੀ ਪਹਿਲਾਂ ਤੈਅ ਹੋਈ ਸੀ, ਉਹ ਮੀਟਿੰਗ ਹੁੰਦੀ ਹੈ ਨਹੀਂ ਹੁੰਦੀ, ਜਾਂ ਉਸ ਮੀਟਿੰਗ 'ਚ ਕੀ ਆਉਂਦਾ, ਕਿਉਂਕਿ ਕਿਸਾਨ ਬੜੇ ਸਪਸ਼ਟ ਨੇ ਆਪਦੀ ਗੱਲ ਦੇ ਵਿੱਚ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਕੋਲ ਨਹੀਂ ਜਾਣਾ, ਸਾਡੀ ਚੁਣੀ ਹੋਏ ਨੁਮਾਇੰਦੇ, ਚੁਣੀ ਹੋਈ ਸਰਕਾਰ ਹੈ, ਸਾਡੀ ਸਰਕਾਰ ਨਾਲ ਗੱਲਬਾਤ ਹੋ ਰਹੀ ਹੈ ਤੇ ਫੈਸਲਾ ਵੀ ਕੀ ਲਵੇ ਕਿ ਇਹ ਕਾਨੂੰਨ ਜਿਹੜੇ ਆ ਇਹਨਾਂ ਨੂੰ ਰੱਦ ਕਰੇ, ਇਹਨਾਂ ਨੂੰ ਵਾਪਸ ਲਵੇ ਤੇ ਇਹਨਾਂ ਦੀ ਥਾਂ ਦੇ ਉੱਤੇ ਅੱਗੇ ਕਿਸਾਨਾਂ ਦੀ
ਜਥੇਬੰਦੀਆਂ ਦੀ, ਕਿਸਾਨਾਂ ਦੇ ਨੁਮਾਇੰਦਿਆਂ ਦੀ ਸਲਾਹ ਦੇ ਨਾਲ, ਰਾਜ ਸਰਕਾਰਾਂ ਦੀ ਸਲਾਹ ਦੇ ਨਾਲ ਇਹ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਦੀ ਥਾਂ ਦੇ ਉੱਤੇ ਇਹ ਕਾਨੂੰਨ ਰੱਦ ਕਰਕੇ ਇੱਕ ਤਾਂ MSP ਦੇ ਲਈ ਜਿਹੜੀ ਹੈ ਕਾਨੂੰਨੀ ਪ੍ਰਬੰਧ ਬਕਾਇਦਾ ਕੀਤੇ ਜਾਣ, ਔਰ ਦੂਸਰਾ ਇਹਦੇ ਤੇ ਇਹ ਵੀ ਹੈ ਬਲ ਜੀ ਕਿ ਇਹਦੇ ਨਾਲ ਰਾਜ ਸਰਕਾਰਾਂ ਵੀ ਜਿਹੜੀਆਂ ਉਹਨਾਂ ਦੇ ਵੀ ਅਧਿਕਾਰਾਂ ਤੇ ਛਾਪਾ ਪਿਆ, ਜਿਸ ਬਾਰੇ ਸੁਪਰੀਮ ਕੋਰਟ ਚੁੱਪ ਹੈ, ਕਿਉਂਕਿ ਸੁਪਰੀਮ ਕੋਰਟ ਜਿਹੜੀ ਸਾਡੀ ਸਰਵਉੱਚ ਅਦਾਲਤ ਹੈ ਉਹ ਹੀ ਸਾਡੇ ਸੰਵਿਧਾਨ ਦੀ ਜਦੋਂ ਵੀ ਕੋਈ ਉਹਦੇ ਤੇ ਪ੍ਰਸ਼ਨ ਉੱਠਦੇ ਆ ਤਾਂ ਉਹਦੀ ਵਿਆਖਿਆ ਕਰਦੀ। ਸੁਪਰੀਮ ਕੋਰਟ ਨੇ ਅਜੇ ਤੱਕ ਇਸ ਦੇ ਸੰਵਿਧਾਨਕ ਹੋਣ ਬਾਰੇ ਕਿ ਆਇਆ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ ਜਾਂ ਉਹਨੂੰ ਅਧਿਕਾਰ ਹੈ ਜਾਂ ਨਹੀਂ ਹੈ, ਜੇ ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ ਤਾਂ ਕੇਂਦਰ ਨੇ ਨਾ ਤਾਂ ਰਾਜ ਸਰਕਾਰਾਂ ਨਾਲ ਸਲਾਹ ਕੀਤੀ, ਕਿਉਂਕਿ ਦੋ ਤਰ੍ਹਾਂ ਕਾਨੂੰਨ ਬਣਦੇ ਆ ਨਾ, ਜਾਂ ਤਾਂ ਕੇਂਦਰ ਫਿਰ ਰਾਜ ਸਰਕਾਰਾਂ ਨਾਲ ਸਲਾਹ ਕਰੇ, ਤੇ ਰਾਜ ਸਰਕਾਰਾਂ ਲਗਭਗ ਜਿਹੜੀਆਂ ਕਾਫੀ ਜਿਹੜੀਆਂ 6 ਕਿ 7 ਤੋਂ ਜ਼ਿਆਦਾ ਹੀ ਹੋ ਸਕਦੀਆਂ, ਜਿਨ੍ਹਾਂ ਨੇ ਇਹਨਾਂ ਕਾਨੂੰਨਾਂ ਨੂੰ ਆਪਣੀਆਂ ਵਿਧਾਨ ਸਭਾਵਾਂ 'ਚ ਮਤੇ ਪਾ ਕੇ ਰੱਦ ਕਰ ਚੁੱਕੀਆਂ ਹੈਗੀਆਂ। ਸੋ ਇਸ ਕਰਕੇ ਜਿਸ ਤਰ੍ਹਾਂ ਕਿ ਉਹ ਇਹ ਘੋਲ ਉਹਨਾਂ ਦਾ ਲੰਬਾ ਹੋਏਗਾ ਤੇ ਉਹ ਉਨੀ ਦੇਰ ਤੱਕ ਆਪਣੇ ਘੋਲ ਨੂੰ ਜਾਰੀ ਰੱਖਣਗੇ ਜਿੰਨੀ ਦੇਰ ਤੱਕ ਇਹ ਖੇਤੀ ਕਾਨੂੰਨ ਜਿਹੜੇ ਆ ਸਰਕਾਰ ਇਹਨਾਂ ਰੱਦ ਨਹੀਂ ਕਰ ਦਿੰਦੀ, ਇਹਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਜੰਡੂ ਜੀ, ਇੱਕ ਵੱਡੀ ਗੱਲ ਇਹ ਵੀ ਹੈ, ਇੱਕ ਅਹਿਮ ਗੱਲ ਇਹ ਵੀ ਰਹੀ ਹੈ, ਜਦੋਂ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਕੇਂਦਰੀ ਮੰਤਰੀਆਂ ਨਾਲ, ਉੱਥੇ ਵੀ ਇਹ ਸਵਾਲ ਬਹੁਤ ਹੀ ਉੱਚੀ ਆਵਾਜ਼ ਵਿੱਚ ਉਹਨਾਂ ਨੇ ਪੁੱਛਿਆ ਸੀ ਕੇਂਦਰੀ ਮੰਤਰੀਆਂ ਨੂੰ, ਧਾਰਾ 246 ਦੇ ਅਧੀਨ ਤੁਸੀਂ ਖੇਤਰ ਜਿਹੜੇ ਰਾਜ ਦੇ ਅਧਿਕਾਰ ਆ ਉਹਨਾਂ ਪਰ ਡਾਕਾ ਮਾਰ ਰਹੇ ਆ, ਤੁਹਾਡੇ ਕੋਲ ਕੀ ਅਧਿਕਾਰ ਹੈ ਕੇਂਦਰ ਕੋਲ ਕਿ ਤੁਸੀਂ ਖੇਤੀ ਕਾਨੂੰਨ ਲਾਗੂ ਕਰੋ। ਉਸ ਵੇਲੇ ਵੀ ਕੇਂਦਰੀ ਮੰਤਰੀਆਂ ਕੋਲ ਕੋਈ ਜਵਾਬ ਨਹੀਂ ਸੀ, ਉਹ ਚੁੱਪ ਸੀ ਸਵਾਲ ਤੇ। ਕਿਵੇਂ ਵੇਖਦੇ ਹੋ ਇਹਨਾਂ ਚੀਜ਼ਾਂ ਨੂੰ? ਉਹਦੇ ਵਿੱਚ ਦੇਖੋ ਗੱਲ ਤਾਂ ਬੜੀ ਸਪਸ਼ਟ ਹੈ ਕਿ ਕੇਂਦਰ ਨੇ ਇਹ ਗੈਰ ਕਾਨੂੰਨੀ ਕੀਤਾ ਹੈ, ਗੈਰ ਸੰਵਿਧਾਨਕ ਕੀਤਾ ਹੈ, ਧੱਕਾ ਕੀਤਾ ਹੈ, ਬੁਲਡੋਜ਼ ਕਰਨ ਦੀ ਯਤਨ ਕੀਤਾ ਹੈਗਾ। ਤਾਂ ਇਹੀ ਕਾਰਨ ਹੈ ਕਿ ਜਿਸ ਕਰਕੇ ਕਿਸਾਨਾਂ ਦੇ ਵਿੱਚ ਇੱਕ ਤਾਂ ਦੇਖੋ ਜਿਹੜੀ ਹੁੰਦੀ ਹੈ ਭਰੋਸੇਯੋਗਤਾ, ਤੁਸੀਂ ਕਿਸੇ ਵੀ ਦੂਜੀ ਧਿਰ ਨਾਲ ਗੱਲ ਕਰਦੇ ਆ ਉਹਦੀ ਭਰੋਸੇਯੋਗਤਾ ਬੜੀ ਜ਼ਰੂਰੀ ਹੈ। ਇਸ ਵੇਲੇ ਕਿਸਾਨਾਂ ਦੇ ਮਨਾਂ ਦੇ ਵਿੱਚ ਸਰਕਾਰ ਦਾ ਜਿਹੜੀ ਭਰੋਸੇਯੋਗਤਾ ਹੈ ਉਹਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਖੜੇ। ਉਹਨਾਂ ਨੂੰ ਲੱਗਦਾ ਕਿ ਇੱਕ ਪਾਸੇ ਤਾਂ ਸਾਡੇ ਨਾਲ ਗੱਲ ਕਰ ਰਹੇ ਆ, ਦੂਸਰੇ ਪਾਸੇ ਉਹਨਾਂ ਬਿੱਲਾਂ ਦੀ ਹੀ ਬਾਹਰ ਹਮਾਇਤ ਕਰ ਰਹੇ ਆ, ਉਹਨਾਂ ਬਿੱਲਾਂ ਦੇ ਹੱਕ 'ਚ ਹੀ ਮੁਹਿੰਮ ਚਲਾ ਰਹੇ ਆ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਕੱਲ ਦੀ ਜਿਹੜੀ ਨਵੀਂ ਇੱਕ ਡਿਵੈਲਪਮੈਂਟ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਅਮਿਤ ਸ਼ਾਹ ਹੋਣਾ ਨਾਲ ਮੁਲਾਕਾਤ ਕੀਤੀ, ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਤੇ ਜਿਹੜੀ ਅੱਜ ਅਖਬਾਰਾਂ 'ਚ ਰਿਪੋਰਟ ਹੋਈ ਹੈ ਕਿ ਅਮਿਤ ਸ਼ਾਹ ਹੋਣਾ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਕੋਈ ਵੀ ਖੇਤੀ ਕਾਨੂੰਨਾਂ ਦੇ ਹੱਕ 'ਚ ਇਸ ਤਰ੍ਹਾਂ ਦਾ ਜਨਤਕ ਸਮਾਗਮ ਨਾ ਕਰੋ। ਇਸ ਤੋਂ ਗੱਲ ਤਾਂ ਬਲ ਜੀ ਬੜੀ ਸਪਸ਼ਟ ਆ ਕਿ ਸਰਕਾਰ ਇਸ ਸਾਰੇ ਕੁਝ ਦੇ ਲਈ ਕਿੰਨੇ ਦਬਾਅ ਦੇ ਵਿੱਚ ਹੈ। ਸਿਰਫ ਹੁਣ ਇੱਕ ਅੜੀ ਦੀ ਗੱਲ ਹੈ ਜਿਹੜੀ ਸਰਕਾਰ ਆਪਣੀ ਅੜੀ ਪਗਾਉਣ ਤੇ ਲੱਗੀ ਹੈ। ਉਸ ਤਰ੍ਹਾਂ ਜਿਹੜੀਆਂ ਵੀ ਅਸੀਂ ਦੇਖਦੇ ਹਾਂ ਜਮਹੂਰੀਅਤ ਦੇ ਵਿੱਚ ਤਾਂ ਹੁੰਦੀਆਂ, ਜੇ ਫੈਸਲੇ ਲੋਕਾਂ ਵੱਲੋਂ ਵਿਰੋਧ ਹੁੰਦਾ ਹੈ, ਲੋਕਾਂ ਵੱਲੋਂ ਉਹਦੇ ਤੇ ਬੇਭਰੋਸਗੀ ਪ੍ਰਗਟ ਕੀਤੀ ਜਾਂਦੀ ਹੈ, ਸਰਕਾਰ ਤੇ ਬੇਭਰੋਸਗੀ ਹੋ ਜਾਂਦੀ ਹੈ, ਤਾਂ ਸਰਕਾਰਾਂ ਉਹਨਾਂ ਨੂੰ ਵਾਪਸ ਲੈ ਲੈਂਦੀਆਂ, ਕਿਉਂਕਿ ਲੋਕ ਰਾਜ ਦੇ ਵਿੱਚ ਸਰਕਾਰ ਲੋਕਾਂ ਲਈ ਕੰਮ ਕਰਦੀ ਹੈ। ਪਰ ਇੱਥੇ ਦੇਖਣ 'ਚ ਇਹ ਆਇਆ ਹੈ ਕਿ ਕਿਸਾਨ ਇਸ ਗੱਲ ਤੋਂ ਪੂਰੀ ਤਰ੍ਹਾਂ ਕਨਵਿੰਸ ਹੋ ਚੁੱਕੇ ਆ, ਪੂਰੀ ਤਰ੍ਹਾਂ ਚੇਤਨ ਹੈਗੇ ਆ ਕਿ ਇਹ ਜਿਹੜੇ ਕਾਨੂੰਨ ਹੈ ਇਹ ਮੌਜੂਦਾ ਸਰਕਾਰ ਜਿਹੜੀ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ, ਉਹਨੇ ਇਹ ਕਾਰਪੋਰੇਟ ਦੇ ਹਿੱਤਾਂ ਨੂੰ ਪ੍ਰੋਟੈਕਟ ਕਰ ਲਈ, ਉਹਨਾਂ ਦੀ ਸੁਰੱਖਿਆ ਲਈ, ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਬਣਾਏ ਹੈਗੇ ਆ। ਔਰ ਵਰਲਡ ਬੈਂਕ ਦੀ ਇਹਨਾਂ ਆਪਣੀ ਇੱਕ ਭੂਮਿਕਾ ਹੈਗੀ ਹੈ। ਇਹ ਸਾਰਾ ਉਹਨਾਂ ਗੱਲਾਂ ਦਾ ਸਿਖਰ ਹੈਗਾ ਬਲ ਜੀ ਜਿਹੜੇ 1991-92 ਦੇ ਵਿੱਚ ਸਾਡੇ ਦੇਸ਼ ਦੇ ਅੰਦਰ ਕਾਂਗਰਸ ਦੇ ਪ੍ਰਧਾਨ ਮੰਤਰੀ ਸੀ ਨਰਸਿਮਹਾ ਰਾਓ, ਉਹਨਾਂ ਦੇ ਸਮੇਂ ਜਿਹੜੀਆਂ ਉਧਾਰ ਨੀਤੀਆਂ, ਜਿਹੜਾ ਵਿਸ਼ਵੀਕਰਨ, ਜਿਹੜਾ ਨਿੱਜੀਕਰਨ ਦਾ ਇੱਕ ਨਵਾਂ ਆਰਥਿਕ ਮਾਡਲ ਜਿਹੜਾ ਸੀਗਾ ਉਹ ਲਾਗੂ ਕੀਤਾ ਗਿਆ। ਇਹ ਉਸ ਦਾ ਸਿਖਰ ਹੈ ਕਿ ਹੁਣ ਸਾਰਾ ਕੁਝ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਾਰਪੋਰੇਟ ਦੇ ਹੱਥਾਂ 'ਚ ਸੌਂਪ ਦੇਣਾ ਚਾਹੁੰਦੀ ਹੈ। ਜਿਹੜੀ ਗੱਲ
ਜਿਹੜੇ ਸਮਝ ਚੁੱਕੇ ਆ, ਉਹਨਾਂ ਦੀ ਸਮਝ ਦਾ ਵੱਡਾ ਹਿੱਸਾ ਬਣ ਚੁੱਕਾ ਹੈ, ਔਰ ਉਹ ਇਸ ਨੂੰ ਇਸੇ ਕਰਕੇ ਹੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਜਿਹੜੀ ਹੈ ਆਰ ਪਾਰ ਦੀ ਲੜਾਈ ਹੈ, ਤੇ ਸਾਨੂੰ ਉਸੇ ਢੰਗ ਨਾਲ ਹੀ ਲੜਨੀ ਪੈਣੀ ਆ, ਉਸੇ ਤਿਆਰੀ ਨਾਲ ਹੀ ਕਿਸਾਨ ਜਿਹੜੇ ਹੈ ਇਸ ਮੈਦਾਨ 'ਚ ਡਟੇ ਹੋਏ ਹੈ। ਇਸੇ ਕਰਕੇ ਹੀ ਉਹ ਚਾਹੁੰਦੇ ਹੈ ਕਿ ਜਿਹੜੀ ਸਰਕਾਰ ਹੈ ਉਹ ਗੱਲ ਕਰੇ, ਤਾਂ ਉਹਦੇ ਨਾਲ ਹੀ ਸਾਡੀ ਜਿਹੜੀ ਗੱਲ ਹੈ ਉਹ ਨਿਬੜੇ ਤੇ ਸਰਕਾਰ ਕਾਨੂੰਨ ਵਾਪਸ ਲਵੇ। ਚੰਡੂ ਜੀ, ਜਿਵੇਂ ਕੇਂਦਰ ਨੂੰ ਫਟਕਾਰ ਲਗਾਈ ਗਈ ਹੈ ਸੁਪਰੀਮ ਕੋਰਟ ਵੱਲੋਂ, ਅਜਿਹੇ ਵਿੱਚ ਇੱਕ ਬਿਆਨ ਆਉਂਦਾ ਹੈ, ਮੈਂ ਫਿਲਮੀ ਜਗਤ ਤੋਂ ਹਟ ਕੇ ਲੋਕ ਸਭਾ ਮੈਂਬਰ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਅੰਦੋਲਨ ਕਰ ਰਹੇ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਨੇ, ਵਿਰੋਧੀਆਂ ਦੇ ਬਹਿਕਾਵੇ 'ਚ ਆ ਕੇ ਅੰਦੋਲਨ ਕਰ ਰਹੇ ਨੇ। ਹੇਮਾ ਮਾਲਿਨੀ ਦਾ ਇਹ ਬਿਆਨ ਹੈ। ਜਦੋਂ ਅਜਿਹਾ ਵਰਤਾਰਾ ਵਰਤ ਰਿਹਾ ਹੈ ਪੰਜਾਬ ਦੇ ਵਿੱਚ, ਚਾਹੇ ਉਹ ਜਿਆਣੀ ਜੀ ਹੋਣ ਜਾਂ ਹਰਜੀਤ ਗਰੇਵਾਲ ਹੋਣੀ ਹੋਰ, ਇਹ ਵਿਰੋਧ ਹੋਣ ਦੇ ਬਾਵਜੂਦ ਵੀ ਕੇਂਦਰ ਦੇ ਵਿੱਚ ਭੁਗਤ ਰਿਹਾ। ਭਾਵੇਂ ਠੀਕ ਹੈ ਕਿ ਸੱਤਾਧਾਰੀ ਤੁਹਾਡੀ ਪਾਰਟੀ, ਆਪਣੀ ਪਾਰਟੀ ਨੂੰ ਉਹਦੇ ਪ੍ਰਤੀ ਵਫਾਦਾਰ ਹੋਣਾ ਠੀਕ ਹੈ, ਪਰ ਸੁਪਰੀਮ ਕੋਰਟ ਦੇ ਝਾੜ ਪੈਣ ਤੋਂ ਬਾਅਦ ਵੀ ਕਿਵੇਂ ਲੈਂਦੇ ਆ ਇਹੋ ਜਿਹੇ ਬਿਆਨਾਂ ਨੂੰ? ਦੇਖੋ, ਗੱਲ ਪਤਾ ਕੀ ਹੈ ਬਲ ਜੀ, ਇਹ ਜਿਹੜੇ ਬਿਆਨ ਨੇ ਨਾ, ਇਹ ਕੋਈ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਖੇਤੀ ਕਾਨੂੰਨਾਂ ਬਾਰੇ। ਜਿਹੜੇ ਇਹ ਗੱਲ ਕਹਿ ਰਹੇ ਹੇਮਾ ਮਾਲਿਨੀ ਨੇ, ਕਦੀ ਉਹਦਾ ਖੇਤੀ ਨਾਲ ਸੰਬੰਧ ਨਹੀਂ ਰਿਹਾ, ਕਦੀ ਖੇਤੀ ਕਾਨੂੰਨਾਂ ਨਾਲ ਸੰਬੰਧ ਨਹੀਂ ਰਿਹਾ, ਔਰ ਬਕਾਇਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ ਇਸ ਵੇਲੇ ਉੱਘੀਆਂ ਸ਼ਖਸੀਅਤਾਂ ਹੈਗੀਆਂ, ਉਹਨਾਂ ਦੀ ਪਾਰਟੀ ਦੇ ਮੈਂਬਰ ਨੇ, ਚਾਹੇ ਉਹ ਲੋਕ ਸਭਾ ਮੈਂਬਰ ਨੇ, ਰਾਜ ਸਭਾ ਮੈਂਬਰ ਨੇ, ਉਹਨਾਂ ਤੋਂ ਔਰ ਖਾਸ ਕਰਕੇ ਮੰਤਰੀਆਂ ਦੇ ਇਹੋ ਜਿਹੇ ਬਿਆਨ ਜਿਹੜੇ ਆ ਦਵਾਏ ਜਾ ਰਿਹਾ। ਕਿਉਂਕਿ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਸਾਰੇ ਕਿ ਹੇਮਾ ਮਾਲਿਨੀ ਨੇ ਖੇਤੀ ਕਾਨੂੰਨਾਂ ਬਾਰੇ ਹੋ ਸਕਦਾ ਕਿ ਵੀ ਨਾ ਉਹਦੇ ਬਾਰੇ ਪੱਕੀ ਕਿਹਾ ਜਾ ਸਕਦਾ, ਪਰ ਕਿਸਾਨਾਂ ਦੇ ਬਾਰੇ ਇਹ ਕਹਿਣਾ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਬਾਰੇ ਪਤਾ ਨਹੀਂ, ਉਹ ਕਿਸੇ ਦੇ ਬਹਿਕਾਵੇ 'ਚ ਆ ਕੇ ਜਾਂ ਕਹਿਣ ਦੇ ਉੱਤੇ ਇਹ ਕਰ ਰਿਹਾ, ਇਹ ਬਿਲਕੁਲ ਨਹੀਂ ਹੈ। ਕਿਸਾਨਾਂ ਨੇ ਜ਼ਮੀਨੀ ਹਕੀਕਤਾਂ ਨੂੰ, ਖੇਤੀ ਬਿੱਲਾਂ ਨੂੰ ਬੜੇ ਚੰਗੀ ਤਰ੍ਹਾਂ ਪੜ੍ਹਿਆ ਹੋਇਆ, ਔਰ ਜਿਸ ਢੰਗ ਨਾਲ ਉਹ ਉੱਥੇ ਨੈਗੋਸੀਏਸ਼ਨ 'ਚ, ਗੱਲਬਾਤ 'ਚ, ਵਿਚਾਰ ਵਟਾਂਦਰੇ 'ਚ ਸਾਰੀ ਗੱਲ ਕਹਿੰਦੇ ਆ ਜਾਂ ਆਪਣੀਆਂ ਸਟੇਜਾਂ ਤੋਂ ਕਹਿੰਦੇ ਆ, ਉਹਦੇ ਤੋਂ ਬੜਾ ਸਪਸ਼ਟ ਹੈ ਕਿ ਕਿਸਾਨ ਪੂਰੀ ਤਰ੍ਹਾਂ ਉਹਨਾਂ ਬਿੱਲਾਂ ਦੇ ਬਾਰੇ ਉਹਨਾਂ ਨੇ ਪੜ੍ਹਿਆ, ਚੌਕਸ ਨੇ, ਚੇਤੰਨ ਨੇ, ਔਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕੀ ਕਰਨਾ ਹੈਗਾ। ਸੋ ਇਹੋ ਜਿਹੇ ਜਿਹੜੇ ਬਿਆਨਬਾਜ਼ੀ ਹੈ, ਇਹ ਗੱਲਾਂ ਜਿਹੜੀਆਂ ਹੈਗੀਆਂ ਪਹਿਲਾਂ ਵੀ ਸਰਕਾਰ ਕਰਦੀ ਸੀ, ਉਹਦੇ ਨਾਲ ਜਿਹੜੀ ਗੱਲਬਾਤ ਦਾ ਅਮਲ ਹੈ ਉਹਦੇ ਵਿੱਚ ਕੜੱਤਣ ਪੈਦਾ ਹੁੰਦੀ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਾਂ, ਦੂਸਰੇ ਪਾਸੇ ਉਹਨਾਂ ਦੇ ਲੋਕ ਸਭਾ ਮੈਂਬਰ ਜਾਂ ਰਾਜ ਸਭਾ ਮੈਂਬਰ ਜਾਂ ਕੋਈ ਕੇਂਦਰੀ ਮੰਤਰੀ ਜਾਂ ਕਿਸੇ ਸੂਬੇ ਦਾ ਮੰਤਰੀ ਜਦੋਂ ਇਹੋ ਜਿਹੇ ਬਿਆਨ ਦਿੰਦਾ ਤਾਂ ਉਸ ਸਰਕਾਰ ਦੀ ਜਿਹੜੀ ਨੀਅਤ ਹੈ ਤੇ ਨੀਤੀ ਹੈ, ਉਹਦੇ ਬਾਰੇ ਜਿਹੜੇ ਕਿਸਾਨਾਂ ਦੇ ਮਨਾਂ 'ਚ ਸ਼ੰਕੇ ਹੈ ਉਹ ਹੋਰ ਵੀ ਪੱਕੇ ਹੁੰਦੇ ਆ, ਤੇ ਜਿਹੜੀ ਭਰੋਸੇਯੋਗਤਾ ਹੈ ਉਹਨੂੰ ਹੋਰ ਸੱਟ ਵੀ ਪੈਂਦੀ ਹੈ। ਸੋ ਇਹੋ ਜਿਹੇ ਬਿਆਨ ਜਿਹੜੇ ਮਾਹੌਲ ਨੂੰ ਖਰਾਬ ਤਾਂ ਕਰ ਸਕਦੇ ਆ, ਪਰ ਉਹ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ, ਸਗੋਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ, ਧਰਮਿੰਦਰ ਹੋਣੀ ਹੈ ਜਿਨ੍ਹਾਂ ਨਾਲ ਹੇਮਾ ਮਾਲਿਨੀ ਦੀ ਵਿਆਹ ਹੋਇਆ ਔਰ ਉਹਨਾਂ ਦਾ ਬੇਟੇ ਨੇ ਵੀ ਗੁਰਦਾਸਪੁਰ ਤੋਂ ਚੋਣ ਲੜੀ ਹੈਗੀ ਹੈ, ਧਰਮਿੰਦਰ ਹੋਣਾ ਦੇ ਨੇ, ਉਹਨਾਂ ਨੂੰ ਪੰਜਾਬ ਦੇ ਬਾਰੇ ਪਤਾ ਹੋਣਾ ਚਾਹੀਦਾ, ਔਰ ਪੰਜਾਬ ਦੇ ਖਾਸ ਕਰਕੇ ਆਪ ਵੀ ਉਹ ਜਿਹੜੀ ਕਿਸਾਨੀ ਦੇ ਬਾਰੇ ਜਿਸ ਤਰ੍ਹਾਂ ਦੀਆਂ ਉਹ ਪਹਿਲਾਂ ਦੇ ਬਿਆਨ ਆਏ ਸੀਗੇ ਕਿ ਇਹ ਮਾਮਲਾ ਹੱਲ ਹੋਣਾ ਚਾਹੀਦਾ, ਉਹ ਇਸ ਗੱਲ ਨੂੰ ਕਰਦੇ ਆ। ਤਾਂ ਕਿੰਨਾ ਸਾਰਾ ਕੁਝ ਇੱਕੋ ਪਰਿਵਾਰ 'ਚ ਵੀ ਜਿਹੜਾ ਆਪਾ ਵਿਰੋਧੀ ਹੈ, ਔਰ ਵੈਸੇ ਵੀ ਹੇਮਾ ਮਾਲਿਨੀ ਵੱਲੋਂ ਇਸ ਤਰ੍ਹਾਂ ਦਾ ਬਿਆਨ ਆਉਣਾ ਸਪਸ਼ਟ ਕਰਦਾ ਹੈ ਕਿ ਇਹ ਬਿਆਨ ਜਿਹੜੇ ਹੈ ਇਹ ਦਵਾਏ ਗਏ ਹੈ। ਸੋ ਇਸ ਸਥਿਤੀ ਦੇ ਵਿੱਚ ਇਹ ਜਿਹੜੇ ਬਿਆਨ ਹੈ ਇਹ ਕੋਈ ਚੰਗੀ ਭੂਮਿਕਾ ਨਹੀਂ ਬਣਾਉਂਦੇ, ਗੱਲਬਾਤ ਲਈ ਸਖਾਵਾਂ ਮਾਹੌਲ ਨਹੀਂ ਪੈਦਾ ਕਰਦੇ, ਸਗੋਂ ਉਹਦੇ ਵਿੱਚ ਵਿਗਾੜ ਪੈਦਾ ਕਰਦੇ। ਜੀ, ਤੁਸੀਂ 15 ਜਨਵਰੀ ਨੂੰ ਜਿਹੜੀ ਜੰਡੂ ਜੀ ਮੀਟਿੰਗ ਹੈ, ਭਾਵੇਂ ਕਿਸਾਨਾਂ ਨੇ ਕਿਹਾ ਕਿ ਅਸੀਂ ਜ਼ਰੂਰ ਜਾਵਾਂਗੇ, ਪਰ ਲੱਗ ਨਹੀਂ ਰਿਹਾ ਕਿ ਕੇਂਦਰ ਸਰਕਾਰ ਬਹੁਤ ਕੋਈ ਸਕਾਰਾਤਮਕ ਭੂਮਿਕਾ ਨਿਭਾਊਗੀ। ਕਿਵੇਂ ਵੇਖਦੇ ਹੋ 15 ਜਨਵਰੀ? ਪਰ ਕੇਂਦਰ ਸਰਕਾਰ ਵੱਲੋਂ ਦੁਬਾਰਾ ਤਾਂ ਕੋਈ ਸੱਦਾ ਨਹੀਂ ਆਇਆ ਬਾਲ ਜੀ ਅਜੇ ਤੱਕ। ਨਹੀਂ, ਪਰ ਉਹ ਕਿਸਾਨਾਂ ਵੱਲੋਂ ਕਿਹਾ ਗਿਆ ਵੀ ਕਿ ਜੇ ਸੱਦਾ ਆਵੇਗਾ ਤਾਂ ਅਸੀਂ ਸਵੀਕਾਰ ਕਰਾਂਗੇ। ਹਾਂ, ਨਹੀਂ ਉਹ ਬਿਲਕੁਲ ਠੀਕ ਹੈ। ਨਹੀਂ, ਉਹ ਕਿਸਾਨਾਂ ਦੀ ਜਿਹੜੀ ਆਪਣੀ ਉਹਨਾਂ ਦੀ ਰਣਨੀਤੀ ਆ ਉਹ ਬਿਲਕੁਲ ਠੀਕ ਨੇ ਕਿ ਜੇ ਉਹਨਾਂ ਨੂੰ ਕੋਈ ਗੱਲਬਾਤ ਲਈ ਬੁਲਾਏਗਾ ਤੇ ਉਹ ਜਾਣਗੇ। ਇਹ ਬਣਦਾ ਵੀ ਹੈ ਏਡੇ ਵੱਡੇ ਅੰਦੋਲਨ ਜਦੋਂ ਹੁੰਦੇ ਆ, ਕਿਉਂਕਿ ਅਲਟੀਮੇਟਲੀ ਤਾਂ ਬਾਅਦ ਜੀ ਦੇਖੋ ਗੱਲਬਾਤ ਰਾਹੀਂ ਹੀ ਮਾਮਲੇ ਹੱਲ ਹੁੰਦੇ ਆ। ਅਖੀਰ ਤੇ ਭਾਵੇਂ ਕਿੱਡੇ ਵੱਡੇ ਮਰਜ਼ੀ ਅੰਦੋਲਨ ਹੋ ਜਾਣ, ਕਿੰਨੀਆਂ ਮਰਜ਼ੀ ਵੱਡੀਆਂ ਲੜਾਈਆਂ ਹੋ ਜਾਣ, ਤਾਂ ਗੱਲਬਾਤ ਦੀ ਟੇਬਲ ਤੇ ਬੈਠ ਕੇ ਹੀ ਚੀਜ਼ਾਂ ਦੇ ਨਿਪਟਾਰੇ ਹੁੰਦੇ ਆ।
ਤੇ ਇਹ ਕਿਸਾਨ ਨੇਤਾਵਾਂ ਦੀ, ਕਿਸਾਨ ਜਥੇਬੰਦੀਆਂ ਦੀ ਬੜੀ ਅਸਾਰੂ, ਬੜੀ ਸੁਖਾਵੀਂ ਤੇ ਬੜੀ ਹਾਂ ਪੱਖੀ ਪਹੁੰਚ ਹੈ ਕਿ ਉਹ ਇਸ ਕਿਸੇ ਵੀ ਗੱਲ ਨੂੰ ਕੋਈ ਅੜਿੱਕਾ ਨਹੀਂ ਬਣਨਾ ਚਾਹੁੰਦੇ, ਕਿ ਕਿਤੇ ਵੀ ਸਰਕਾਰ ਨੂੰ ਜਾਂ ਦੂਸਰੀਆਂ ਧਿਰਾਂ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਤਾਂ ਜੀ ਇਹਦੇ ਤੇ ਗੱਲਬਾਤ ਹੀ ਨਹੀਂ ਕਰਨਾ। ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਬਿਲਕੁਲ ਠੀਕ ਆ ਕਿ ਜੇ ਕੇਂਦਰ ਸਰਕਾਰ ਉਹਨਾਂ ਨੂੰ ਸੱਦਦੀ ਹੈ ਤਾਂ ਉਹਨਾਂ ਨੂੰ ਗੱਲਬਾਤ ਜ਼ਰੂਰ ਜਾ ਕੇ ਕਰਨੀ ਚਾਹੀਦੀ ਹੈ। ਬਿਲਕੁਲ ਠੀਕ ਹੈ, ਇਹਦੇ ਲਈ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਹੱਕਦਾਰ ਵੀ ਨੇ। ਜਿਸ ਤਰ੍ਹਾਂ ਦੀ ਨੀਤੀ ਉਹ ਲੈ ਕੇ ਚੱਲ ਰਹੀਆਂ, ਜਿਹੜੇ ਏਡੇ ਵੱਡੇ ਸਾਰਾ ਅੰਦੋਲਨ ਹੈ, ਉਹ ਸਾਰੇ ਚ ਇੱਕ ਮੁੱਠਤਾ, ਇੱਕ ਸੁਰਤਾ, ਇੱਕ ਜੁਟਤਾ ਜਿਹੜੀ ਹੈ, ਇਹ ਵੀ ਸਿਰ ਆ ਜਿਹੜਾ ਕਿਸਾਨ ਜਥੇਬੰਦੀਆਂ ਦੇ ਸਿਰ ਵੱਜਦਾ ਹੈਗਾ। ਸੋ ਇਸ ਕਰਕੇ ਇਹ ਲੋੜ ਇਸ ਗੱਲ ਦੀ ਹੈ ਕਿ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਬੜੀਆਂ ਗੰਭੀਰ ਨੇ, ਬੜੀਆਂ ਸਿੰਸੀਅਰ ਨੇ ਆਪਣੀ ਗੱਲ ਕਹਿਣ ਕਿ ਅਸੀਂ ਤਾਂ ਇੱਕੋ ਗੱਲ ਕਹਿੰਦੇ ਆ ਕਿ 3 ਖੇਤੀ ਕਾਨੂੰਨ ਰੱਦ ਕੀਤੇ ਜਾਣ। ਪਹਿਲੇ ਦਿਨ ਤੋਂ ਇਹੀ ਮੰਗ ਸੀ। ਹਾਂਜੀ ਹਾਂਜੀ ਹਾਂਜੀ, ਤੇ ਉਹੀ ਮੰਗ ਹੈ ਕਿ ਪੰਜਾਬ ਦੇ ਸੀ ਵੀ ਇਹ ਕਾਲੇ ਕਾਨੂੰਨ ਉਹਦੇ ਪਰ ਅੜੇ ਹੋਏ ਆ। ਨਹੀਂ ਅੜੇ ਨਹੀਂ, ਅੜੇ ਵੀ ਹੋਏ ਆ, ਉਹਨਾਂ ਦੀ ਗੱਲ ਵੀ ਠੀਕ ਹੈ ਕਿ ਉਹ ਸਪਸ਼ਟ ਨੇ। ਹਾਂਜੀ, ਉਹ ਬੜੇ ਸਪਸ਼ਟ ਨੇ। ਇਹਦੇ ਵਿੱਚ ਜਿਹੜੀ ਅਸਪਸ਼ਟਤਾ ਹੈਗੀ ਹੈ ਉਹ ਕੇਂਦਰ ਵਾਲੇ ਪਾਸੇ ਹੈ, ਜਿਹੜੀ ਗੰਭੀਰਤਾ ਦੀ ਘਾਟ ਆ ਉਹ ਕੇਂਦਰ ਸਰਕਾਰ ਵਾਲੇ ਪਾਸੇ ਆ। ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਇੱਧਰ ਉੱਧਰ ਦੀਆਂ ਗੱਲਾਂ, ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਜਿਹੜੀ ਮੁਲਾਕਾਤ ਅਮਿਤ ਸ਼ਾਹ ਨਾਲ ਹੋਈ ਸੀ, ਉਹਦੇ ਵਿੱਚ ਬਕਾਇਦਾ ਅਮਿਤ ਸ਼ਾਹ ਉਹਨਾਂ ਨੂੰ ਇਹ ਗੱਲ ਕਹੀ ਸੀ, ਕਿਸਾਨ ਜਥੇਬੰਦੀਆਂ ਨੇ ਬਾਹਰ ਆਣ ਕੇ ਵੀ ਕਿਹਾ ਕਿ ਅਸੀਂ ਜੋ ਕਹੋ ਸਾਰੇ ਕਾਨੂੰਨ ਸੋਧ ਦਿੰਨੇ ਆ ਪਰ ਵਾਪਸ ਨਹੀਂ ਲੈਣੇ। ਜੇ ਤੁਸੀਂ ਸਾਰਾ ਕੁਝ ਸੋਧਣ ਲਈ ਤਿਆਰ ਹੋ ਤਾਂ ਫਿਰ ਵਾਪਸ ਲੈਣ ਚ ਕੀ ਹਰਜ ਹੈ? ਜਿਸ ਤਰ੍ਹਾਂ ਜਮਹੂਰੀ ਸਰਕਾਰਾਂ ਕਰਦੀਆਂ, ਤੁਹਾਨੂੰ ਯਾਦ ਹੋਏਗਾ, ਬੜੀ ਪੁਰਾਣੀ ਗੱਲ ਹੈਗੀ ਹੈ ਬਲ ਜੀ, ਕਿ ਇੰਗਲੈਂਡ ਦੇ ਵਿੱਚ ਥੈਚਰ ਦੀ ਸਰਕਾਰ ਸੀ, ਮਾਰਗਰੇਟ ਥੈਚਰ ਜੀ, ਉਸ ਸਮੇਂ ਇੱਕ ਉਹਨਾਂ ਨੇ ਪੋਲ ਟੈਕਸ ਲਾਤਾ ਸੀ ਜੀ, ਤੇ ਉਹ ਪੋਲ ਟੈਕਸ ਦੇ ਖਿਲਾਫ ਇੰਨਾ ਜ਼ਿਆਦਾ ਲੋਕ ਅੰਦੋਲਨ ਹੋਇਆ, ਲੋਕ ਕਿ ਅਲਟੀਮੇਟਲੀ ਸਰਕਾਰ ਨੂੰ ਉਹ ਟੈਕਸ ਵਾਪਸ ਲੈਣਾ ਪਿਆ ਸੀ ਜੀ। ਸੋ ਇਸ ਕਰਕੇ ਹਿੰਦੁਸਤਾਨ 'ਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੌਕੇ ਆਏ ਹੈ ਜਦੋਂ ਇਸ ਤਰ੍ਹਾਂ ਦੀਆਂ ਸਥਿਤੀਆਂ ਹੁੰਦੀਆਂ ਰਹੀਆਂ ਕਿ ਲੋਕ ਅੰਦੋਲਨਾਂ ਦੇ ਅੱਗੇ ਸਰਕਾਰਾਂ, ਕਿਉਂਕਿ ਲੋਕ ਚੁਣੀਆਂ ਹੋਈਆਂ ਲੋਕਾਂ ਦੀਆਂ, ਲੋਕ ਰਾਜ ਹੈ, ਤੇ ਜੇ ਲੋਕ ਉਸ ਨਹੀਂ ਚਾਹੁੰਦੇ ਤਾਂ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਲੋਕ ਦੇਸ਼ ਪ੍ਰਤੀ, ਕਿਸਾਨੀ ਪ੍ਰਤੀ ਦੇ ਜਿਹੜੇ ਹਿੱਤ ਹੈ ਆਪਣੇ ਆਪ ਨੂੰ ਉੱਥੇ ਖੜਾ ਕਰਕੇ ਦੇਖੇ ਔਰ ਬਿੱਲ ਜਿਹੜੇ ਆ, ਕਾਨੂੰਨ ਜਿਹੜੇ ਆ ਉਹ ਵਾਪਸ ਲਵੇ। ਇਸੇ ਗੱਲ 'ਚ ਹੀ ਸਰਬੱਤ ਦਾ ਭਲਾ ਜੀ। ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕਿਸਾਨ ਆ ਉਹ ਸਬਰ ਦੇ ਇਮਤਿਹਾਨਾਂ ਦੇ ਵਿੱਚ ਪਾਸ ਹੋ ਰਹੇ ਨੇ ਤਾਂ ਭਵਿੱਖ ਦੇ ਵਿੱਚ ਲੋਕਾਂ ਦਾ, ਜਮਹੂਰੀਅਤ ਦਾ ਵਿਸ਼ਵਾਸ ਕਾਇਮ ਰੱਖਣਗੇ। ਜੰਡੂ ਜੀ ਨੇ ਬਹੁਤ ਹੀ ਵਿਚਾਰ ਸਕਾਰਾਤਮਕ ਤਰੀਕੇ ਨਾਲ ਜੋ ਸਾਡੇ ਮੁੱਦੇ ਸਨ ਉਹਨਾਂ ਪਰ ਆਪਣਾ ਚਾਨਣਾ ਪਾਇਆ। ਜੰਡੂ ਜੀ, ਸਮਾਂ ਸਮਾਪਤ ਹੋ ਰਿਹਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਧੰਨਵਾਦ ਬਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।